ਕੇਂਦਰ ਦੀ ਅੜੀ ਤੇ ਹੰਕਾਰ ਨਾਲ ਜੂਝਦੇ ਜਾਂਬਾਜ਼ ਪੰਜਾਬੀ। ਅੱਜ ਕੇਂਦਰ ਸਰਕਾਰ ਸਾਡੇ ਉੱਤੇ ਇਹ ਤਿੰਨ ਕਾਲੇ ਕਿਸਾਨ ਕਾਨੂੰਨ, 2020 ਦਾ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਤੇ ਪਰਾਲੀ ਫੂਕਣ ਤੇ ਸਜ਼ਾ ਵਾਲਾ ਇਹ ਆਰਡੀਨੈਂਸ ਲੈ ਕੇ ਕਿਸਾਨਾਂ ਤੇ ਆਰਥਿਕ ਹਮਲਾ ਕਰ ਰਹੀ ਹੈ। ਉਸ ਦੇ ਨਾਲ ਨਾਲ ਮਾਲ ਗੱਡੀਆਂ ਰੋਕ ਕੇ ਇਕਨੋਮਿਕ ਬਲੌਕੇਡ ਲਗਾ ਪੰਜਾਬ ਨੂੰ ਆਰਥਿਕ ਬਲੈਕਮੇਲ ਕਰ ਰਹੀ ਹੈ। ਇੰਡਸਟਰੀ ਦਾ ਕੋਲਾ ਤੇ ਸਟੀਲ ਦੀ ਸਪਲਾਈ ਰੋਕ ਕਿਸਾਨ ਦੀ ਯੂਰੀਏ ਦੀ ਸਪਲਾਈ ਰੋਕ ਰਹੀ ਹੈ। ਇਸ ਨਾਲ ਇਹ ਤੇ ਸਾਫ਼ ਹੈ ਕਿ ਕੇਂਦਰ ਦੀ ਸਾਰੀ ਗੇਮ ਆਰਥਿਕ ਹੈ, ਵਿੱਤੀ ਹੈ। ਬਾਈ ਜੀ, ਮੈਨੂੰ ਯਕੀਨ ਹੈ ਕਿ ਕਿਸਾਨਾਂ ਦਾ ਦਿੱਲੀ ਮੋਰਚਾ ਜ਼ਰੂਰ ਕਾਮਯਾਬ ਹੋਵੇਗਾ। ਕਿਸਾਨਾਂ ਦਾ ਅਣਥੱਕ ਸੰਘਰਸ਼ ਕਿਸਾਨੀ ਅੰਦੋਲਨ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਲੈ ਗਿਆ ਹੈ ਤੇ ਇਸ ਸੰਘਰਸ਼ ਦਾ ਮੁੱਲ ਪੈਣਾ ਹੀ ਪੈਣਾ ਹੈ। ਮੈਂ ਕਹਿੰਦਾ ਕਿ ਕਿਸਾਨ ਆਪਣੀਆਂ ਪੰਜੇ ਮੰਗਾਂ ਤੇ ਅੜੇ ਰਹਿਣ ਤੇ ਉਸ ਨੂੰ ਮਨਵਾ ਵੀ ਲੈਣ, ਪਰ ਨਾਲ ਨਾਲ ਆਪਣੇ ਆਪ ਨੂੰ ਤਕੜਿਆਂ ਤਾਂ ਕਰੋ, ਮਜ਼ਬੂਤ ਤੇ ਕਰੋ। ਜੇ ਸਾਡੀਆਂ ਮੰਗਾਂ ਅੱਜ ਮੰਨੀਆਂ ਵੀ ਗਈਆਂ, ਜੇ ਕੇਂਦਰ ਨੇ ਕਾਲੇ ਕਾਨੂੰਨ ਵਾਪਸ ਲੈ ਵੀ ਲਏ, ਕੀ ਪੰਜਾਬੀ ਦੀ ਕਿਸਾਨੀ ਦਾ ਸਾਰਾ ਮਸਲਾ ਹੱਲ ਹੋ ਜਾਊਗਾ? ਇਹ ਪੰਜਾਬ ਜਿੱਥੇ 5000 ਸਾਲ ਤੋਂ ਖੇਤੀ ਹੋ ਰਹੀ ਹੈ, ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਖੇਤੀ ਕੀਤੀ ਹੈ ਔਰ ਸਾਡੇ ਲੜ ਲਾਈ ਹੈ, ਇੱਥੇ ਕਿਸਾਨੀ ਮਰ ਨਹੀਂ ਸਕਦੀ ਜੇ ਆਪਾਂ ਇਸ ਨੂੰ ਖੁਦ ਨਾ ਮਾਰੀਏ। ਵੀ ਆਰ ਨੈਵਰ ਡਿਫੀਟਡ, ਵੀ ਡਿਫੀਟ ਆਵਰਸੈਲਵਸ। ਪੰਜਾਬ ਦਾ ਕਿਸਾਨ ਬਾਹਰ ਜਾ ਕੇ ਛੋਟਾ ਮੋਟਾ ਉਦਯੋਗ ਚਲਾਉਂਦਾ, ਮਿਹਨਤਾਂ ਕਰਦਾ ਹੈ। ਮੈਂ ਹੱਥ ਇੰਜ ਰੱਖਣ ਦਾ ਸਖਤ ਵਿਰੋਧੀ ਤੇ ਸਿਰਫ ਕੇਂਦਰ ਤੋਂ ਮੰਗਣ ਦੇ ਵੀ ਖਿਲਾਫ। ਜੇ ਪੰਜਾਬ ਜਿਤਾਉਣਾ ਹੈ ਤੇ ਫਿਰ ਜਦ ਸਾਡੇ ਸਾਹਮਣੇ ਪੰਜਾਬ ਦੀ ਇਹ ਆਰਥਿਕ ਮੁਸ਼ਕਲ ਆਉਂਦੀ ਹੈ, ਸਾਨੂੰ ਅੱਖਾਂ ਦਿਖਾਉਂਦੀ ਹੈ ਤੇ ਅਸੀਂ ਬਚਦੇ ਹਾਂ। ਭੈ ਵੀ ਸਾਨੂੰ ਸਤਾਉਂਦਾ ਹੈ। ਕੋਈ ਕਹਿੰਦਾ ਹਾਲਾਤ ਖਰਾਬ ਹੋ ਗਏ, ਕੋਈ ਕਹਿੰਦਾ ਬਾਹਰੀ ਤਾਕਤਾਂ ਜੀ, ਪਰ ਪੰਜਾਬ ਦੀ ਹਜ਼ਾਰਾਂ ਕਰੋੜ ਦੀ ਆਮਦਨ ਦਾ ਰਾਹ ਬੰਦ ਕੀਤਾ ਜਾ ਰਿਹਾ ਹੈ। ਕਿਸਾਨ ਤੋਂ ਟਮਾਟਰ 5 ਰੁਪਏ ਦਾ ਲੈ ਕੇ ਅਖੀਰ 'ਚ ਪਰਚੂਨ ਦੀ ਦੁਕਾਨ ਤੇ 60 ਰੁਪਏ ਦਾ ਵਿਕਦਾ। ਆਲੂ ਸੜਕਾਂ ਦੇ ਉੱਤੇ ਸਿੱਟੇ ਪਏ ਹੁੰਦੇ ਸੀ, ਕਿਸਾਨ ਨੇ ਚੁੱਕਦਾ ਨਹੀਂ ਸੀ ਕੋਈ। ਉਹ 5 ਰੁਪਏ ਦਾ ਆਲੂ ਅੱਜ ਮਾਰਕੀਟ ਦੇ ਵਿੱਚ 60 ਰੁਪਏ ਨੂੰ ਵਿਕਦਾ। ਜਿਹੜਾ ਮਟਰ 5 ਤੋਂ 10 ਰੁਪਏ ਨੂੰ ਮਿਲਦਾ ਸੀਗਾ, ਉਹ 110 ਰੁਪਏ ਪਰਸੋਂ ਵਿਕਿਆ ਤੇ ਉਦੋਂ ਅੱਜ 85-90 ਉਹਦਾ ਰੇਟ। ਤੇ ਇਹ ਜਿਹੜਾ 90 ਰੁਪਏ ਦਾ ਫਰਕ ਹੈ, 50 ਰੁਪਏ ਦਾ ਫਰਕ ਹੈ, ਇਹ ਸਾਰਾ ਪੂੰਜੀਪਤੀਆਂ ਦੀ ਜੇਬ 'ਚ ਜਾ ਰਿਹਾ। ਕਿਸਾਨ ਦੀ ਮਿਹਨਤ ਉਹ ਖਾ ਰਿਹਾ ਹੈ। ਤੇ ਮੈਂ ਇੱਕ ਨਵੇਂ ਆਰਥਿਕ ਢਾਂਚੇ ਦੀ ਗੱਲ ਕਰਦਾ ਹਾਂ। ਪੰਜਾਬ ਦੇ ਕਿਸਾਨ ਦੀ ਆਮਦਨ ਵਧਾਉਣ ਦੀ ਤੇ ਉਹਦੀ ਖੁਦਮੁਖਤਿਆਰੀ ਦੀ ਰਾਹ ਦੀ ਗੱਲ ਕਰਦਾ। ਕਿ ਪੰਜਾਬ ਵਿੱਚ ਡਾਈਵਰਸਿਫਿਕੇਸ਼ਨ ਕਰ, ਪੱਕੀ MSP ਤੇ ਸਰਕਾਰੀ ਖਰੀਦ ਦੇ ਨਾਲ ਹਰ 5 ਪਿੰਡਾਂ ਵਿੱਚ ਕੋਲਡ ਸਟੋਰੇਜ ਬਣਾ। ਆਪਾਂ ਪੰਜਾਬ ਦੇ ਕਿਸਾਨ ਨੂੰ ਬਚਾ ਨਹੀਂ ਸਕਦੇ? ਕਿ ਇਸ ਵੱਧ ਰਹੀ ਅੰਨ ਦੀ ਮਹਿੰਗਾਈ ਦਾ ਫਾਇਦਾ ਕਿਸਾਨ ਨੂੰ ਨਹੀਂ ਦੇ ਸਕਦੇ? ਤੇ ਇਹ ਸਭ ਕੁਝ ਪੰਜਾਬ ਸਰਕਾਰ ਆਪ ਕਾਨੂੰਨ ਬਣਾ, ਆਪ ਪਾਲਿਸੀ ਬਣਾ ਕੇ ਕਰ ਸਕਦੀ ਹੈ। ਮੈਂ ਪੰਜਾਬ ਦੀ ਖੁਦਮੁਖਤਿਆਰੀ ਦੀ ਰਾਹ ਵਾਸਤੇ ਪਾਣੀ ਬਚਾਓ, ਆਰਗੈਨਿਕ, ਆਮਦਨ ਵਧਾਊ ਮਾਡਲ ਪਹਿਲਾਂ ਹੀ ਦੇ ਚੁੱਕੇ। ਲੋੜ ਹੈ ਕਿ ਪੰਜਾਬ ਉਸ ਰਾਹ ਤੇ ਚੱਲੇ। ਇਹ ਗੱਲਾਂ ਨਾਲ ਤੇ ਕੱਲੀ ਪਾਲਿਸੀ ਬਣਾਉਣ ਨਾਲ ਨਹੀਂ ਹੋਣਾ ਯਾਰੋ। ਇਸ ਰਾਹ ਤੇ ਸਾਨੂੰ ਸਭ ਨੂੰ ਇਕੱਠਿਆਂ ਹੋ ਕੇ ਤੁਰਨਾ ਪੈਣਾ ਹੈ ਤੇ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਹੋਵਾਂ ਜਾਂ ਨਾ ਹੋਵਾਂ,
ਪੰਜਾਬ ਦੇ ਲੋਕ ਇਹਨਾਂ ਹੱਲਾਂ ਨੂੰ ਤਾਕਤ ਵਿੱਚ ਲੈ ਕੇ ਆਉਣਗੇ, ਇੰਪਲੀਮੈਂਟ ਕਰਨਗੇ। ਸਹੀ ਕੀ ਹੈ ਸਾਰੇ ਜਾਣਦੇ ਆ, ਅਮਲੀ ਕੇਂਦਰ ਦੀ ਅੜੀ ਤੇ ਹੰਕਾਰ ਨਾਲ ਜੂਝਦੇ ਜਾਂਬਾਜ਼ ਪੰਜਾਬੀ। ਅੱਜ ਕੇਂਦਰ ਸਰਕਾਰ ਸਾਡੇ ਉੱਤੇ ਇਹ 3 ਕਾਲੇ ਕਿਸਾਨ ਕਾਨੂੰਨ, 2020 ਦਾ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਤੇ ਪਰਾਲੀ ਫੂਕਣ ਤੇ ਸਜ਼ਾ ਵਾਲਾ ਇਹ ਆਰਡੀਨੈਂਸ ਲੈ ਕੇ ਕਿਸਾਨਾਂ ਤੇ ਆਰਥਿਕ ਹਮਲਾ ਕਰ ਰਹੀ ਹੈ। ਉਸ ਦੇ ਨਾਲ ਨਾਲ ਮਾਲ ਗੱਡੀਆਂ ਰੋਕ ਕੇ ਇਕਨੋਮਿਕ ਬਲੌਕੇਡ ਲਗਾ ਪੰਜਾਬ ਨੂੰ ਆਰਥਿਕ ਬਲੈਕਮੇਲ ਕਰ ਰਹੀ ਹੈ। ਇੰਡਸਟਰੀ ਦਾ ਕੋਲਾ ਤੇ ਸਟੀਲ ਦੀ ਸਪਲਾਈ ਰੋਕ ਕਿਸਾਨ ਦੀ ਯੂਰੀਏ ਦੀ ਸਪਲਾਈ ਰੋਕ ਰਹੀ ਹੈ। ਇਸ ਨਾਲ ਇਹ ਤੇ ਸਾਫ਼ ਹੈ ਕਿ ਕੇਂਦਰ ਦੀ ਸਾਰੀ ਗੇਮ ਆਰਥਿਕ ਹੈ, ਵਿੱਤੀ ਹੈ। ਕੇਂਦਰ ਦਾ ਸਾਡੇ ਤੇ ਵਾਰ ਆਰਥਿਕ ਹੈ। ਰਾਜਨੀਤਿਕ ਤੌਰ ਤੇ ਉਹ ਸਾਡੇ ਤੋਂ ਵੋਟ ਮੰਗਣ ਆ ਰਹੇ ਨੇ ਮੇਰੇ ਯਾਰੋ, ਤੇ ਜੇ ਉਹ ਟੇਢੇ ਹੱਥਕੰਡੇ ਅਪਣਾ ਰਹੇ ਨੇ, ਫੇਰ ਕੀ ਪੰਜਾਬ ਦੇ ਕਿਸਾਨ ਵਾਸਤੇ ਸਾਡੇ ਕੋਲ ਕੋਈ ਹੋਰ ਆਰਥਿਕ ਵਿਕਲਪ ਨਹੀਂ ਹੋਣਾ ਚਾਹੀਦਾ? ਇਹ ਵੱਡਾ ਸਵਾਲ ਹੈ। ਕਿਸਾਨ ਜੋ ਰੋਜ਼ ਧਰਨਾ ਦੇ ਰਿਹਾ, ਉਹ ਆਪਣੀ ਆਮਦਨ ਦੀ, ਆਪਣੀ ਆਰਥਿਕ ਹੋਂਦ ਦੀ ਲੜਾਈ ਲੜ ਰਿਹਾ। ਬਾਈ ਜੀ, ਮੈਨੂੰ ਯਕੀਨ ਹੈ ਕਿ ਕਿਸਾਨਾਂ ਦਾ ਦਿੱਲੀ ਮੋਰਚਾ ਜ਼ਰੂਰ ਕਾਮਯਾਬ ਹੋਵੇਗਾ। ਕਿਸਾਨਾਂ ਦਾ ਅਣਥੱਕ ਸੰਘਰਸ਼ ਕਿਸਾਨੀ ਅੰਦੋਲਨ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਲੈ ਗਿਆ ਹੈ ਤੇ ਇਸ ਸੰਘਰਸ਼ ਦਾ ਮੁੱਲ ਪੈਣਾ ਹੀ ਪੈਣਾ ਯਾਰ। ਕਿਸਾਨਾਂ ਦੇ ਸੰਘਰਸ਼ ਦੇ ਨਾਲ ਨਾਲ ਉਸ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਪੰਜਾਬ ਦੀ ਅਸੈਂਬਲੀ ਦੇ ਪਾਸ ਕੀਤੇ ਹੋਏ ਸੋਧ ਬਿੱਲ, ਪੰਜਾਬ ਐਮਐਲਏਆਂ ਦਾ ਦਿੱਲੀ 'ਚ ਧਰਨਾ, ਪੰਜਾਬ ਦੀ ਮਿਊਜ਼ਿਕ ਇੰਡਸਟਰੀ, ਵੱਖ-ਵੱਖ ਸਿੰਗਰਾਂ ਦੀ ਸਪੋਰਟ, ਇਹ ਸਿਰਫ ਇਸ ਲੜਾਈ ਦਾ ਇੱਕ ਪਹਿਲੂ ਹੈ। ਅੱਜ ਆਪਾਂ ਇੱਕ ਰਾਜਨੀਤਿਕ ਲੜਾਈ ਲੜ ਰਹੇ ਹਾਂ, ਪਰ ਕਿਸਾਨ ਦਾ ਨੁਕਸਾਨ ਤੇ ਸਾਰਾ ਆਰਥਿਕ ਨੁਕਸਾਨ ਹੈ ਯਾਰੋ। ਇਹ ਰਾਜਨੀਤਿਕ ਲੜਾਈ ਬਹੁਤ ਜ਼ਰੂਰੀ ਹੈ, ਪਰ ਸਾਨੂੰ ਲੋੜ ਹੈ ਆਰਥਿਕ ਵਿੱਤੀ ਵਿਕਲਪ ਦੀ। ਅੱਜ ਪੰਜਾਬ ਨੂੰ ਇਕੱਲੀ ਵੱਖਰੀ ਰਾਜਨੀਤੀ ਦੀ ਲੋੜ ਨਹੀਂ, ਇਕੱਲੇ ਕੇਂਦਰ ਦੇ ਕਾਨੂੰਨਾਂ ਦਾ ਵਿਰੋਧ ਕਰਨ ਦੀ ਲੋੜ ਨਹੀਂ, ਬਲਕਿ ਪੰਜਾਬ ਨੂੰ ਅੱਜ ਇੱਕ ਵੱਖਰੇ ਆਰਥਿਕ ਢਾਂਚੇ ਦੀ ਲੋੜ ਹੈ, ਇੱਕ ਵਿੱਤੀ ਢਾਂਚੇ ਦੀ ਲੋੜ ਹੈ। We don't only need alternative politics, but we need alternative economics। ਕਿਉਂਕਿ ਸੱਚ ਇਹ ਵੀ ਹੈ ਕਿ ਜੇ ਕੋਈ ਵੀ ਰਾਜਨੀਤਿਕ ਲੜਾਈ ਇੱਕ ਆਰਥਿਕ ਵਿਕਲਪ ਨਾ ਖੜਾ ਕਰ ਸਕੇ ਤੇ ਫਿਰ ਅੱਜ ਨਹੀਂ ਤੇ ਕੱਲ ਉਹਨੇ ਹਾਰਨਾ ਹੀ ਹੈ। ਮੈਂ ਕਹਿੰਦਾ ਕਿ ਕਿਸਾਨ ਆਪਣੀਆਂ ਪੰਜੇ ਮੰਗਾਂ ਤੇ ਅੜੇ ਰਹਿਣ ਤੇ ਉਸ ਨੂੰ ਮਨਵਾ ਵੀ ਲੈਣ, ਪਰ ਨਾਲ ਨਾਲ ਆਪਣੇ ਆਪ ਨੂੰ ਤਕੜਿਆਂ ਤਾਂ ਕਰੋ, ਮਜ਼ਬੂਤ ਤੇ ਕਰੋ। ਜੇ ਸਾਡੀਆਂ ਮੰਗਾਂ ਅੱਜ ਮੰਨੀਆਂ ਵੀ ਗਈਆਂ, ਜੇ ਕੇਂਦਰ ਨੇ ਕਾਲੇ ਕਾਨੂੰਨ ਵਾਪਸ ਲੈ ਵੀ ਲਏ, ਕੀ ਪੰਜਾਬੀ ਦੀ ਕਿਸਾਨੀ ਦਾ ਸਾਰਾ ਮਸਲਾ ਹੱਲ ਹੋ ਜੂ ਵੀਰੋ? ਕਿ ਦਸ਼ਕਾਂ ਤੋਂ ਕਰਜ਼ੇ ਥੱਲੇ ਡੁੱਬੀ ਕਿਸਾਨੀ, ਆਤਮ ਹੱਤਿਆ ਕਰ ਰਹੇ ਕਿਸਾਨ, ਜ਼ਮੀਨ ਵੇਚ ਕੇ ਅਮਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ, ਯੂਰਪ ਪਲਾਇਨ ਕਰਦਾ ਨੌਜਵਾਨ ਜੋ ਅੱਜ ਲੇਬਰ ਕਰਨ ਤੇ ਮਜਬੂਰ ਹੈ, ਕਿ ਇਕੱਲੇ ਕਾਲੇ ਕਾਨੂੰਨ ਵਾਪਸ ਹੋਣ ਨਾਲ ਉਸ ਦੀ ਸਾਰੀ ਮੁਸ਼ਕਿਲ ਹੱਲ ਹੋ ਜੂ? ਵੱਡਾ ਸਵਾਲ ਹੈ। ਸਾਨੂੰ ਆਤਮ ਚਿੰਤਨ ਦੀ ਲੋੜ ਹੈ, ਯਥਾਰਥ ਦੇ ਧਰਾਤਲ ਦੇ ਉੱਤੇ ਖੜਾ ਹੋ ਕੇ। ਇਹ ਪੰਜਾਬ ਜਿੱਥੇ 5000 ਸਾਲ ਤੋਂ ਖੇਤੀ ਹੋ ਰਹੀ ਹੈ, ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਖੇਤੀ ਕੀਤੀ ਹੈ ਔਰ ਸਾਡੇ ਲੜ ਲਾਈ ਹੈ, ਇੱਥੇ ਕਿਸਾਨੀ ਮਰ ਨਹੀਂ ਸਕਦੀ ਜੇ ਆਪਾਂ ਇਸ ਨੂੰ ਖੁਦ ਨਾ ਮਾਰੀਏ। We are never defeated, we defeat ourselves। ਪੰਜਾਬ ਦਾ ਕਿਸਾਨ ਬਾਹਰ ਜਾ ਕੇ ਛੋਟਾ ਮੋਟਾ ਉਦਯੋਗ ਚਲਾਉਂਦਾ ਹੈ, ਮਿਹਨਤਾਂ ਕਰਦਾ ਹੈ, ਉਹਦਾ ਮੁੱਲ ਪਾਉਂਦਾ ਹੈ, ਫਿਰ ਉਹ ਇਸ ਪਵਿੱਤਰ ਧਰਤੀ ਜਿੱਥੇ ਉਹਦੀ ਆਤਮਾ ਵਸਦੀ ਹੈ, ਸਰੀਰ ਭਾਵੇਂ ਬਾਹਰ ਹੋਵੇ ਲੇਕਿਨ ਰੂਹ ਇੱਥੇ ਹੈ, ਉਹਨੂੰ ਛੱਡ ਕੇ ਕਿਉਂ ਜਾਂਦਾ ਹੈ? ਇਹਦਾ ਵਿਚਾਰ ਕਰੋ। ਮੈਂ ਹੱਥ ਇੰਜ ਰੱਖਣ ਦਾ
सख्त विरोधी ते सिर्फ केंद्र तो मंगण दे भी खिलाफ जे पंजाब जिताउणा है ते फिर जद साडे सामने पंजाब दी ये आर्थिक मुश्किल आउंदी है, सानू अखां दिखाउंदी है ते असीं बचदे हां। भै भी सानू सताउंदा है, कोई कहंदा हालात खराब हो गए जी, कोई कहंदा बाहरी ताकतां जी, पर पंजाब दी हज़ारां करोड़ दी आमदन दा राह बंद कीता जा रहा है। अज सवाल है कि किसान दा, मजदूर दा, उन्हां दी आर्थिक मजबूरी दा आर्थिक हल होवे। पंजाब दी बाहर जाण वाली जवानी नूं मौके मिलन, उन्हों आर्थिक एम्पावरमेंट मिले, समृद्ध होवे वो नौजवान, फिर बाहर क्यों जाऊ। बाकी सूबियां दे मुकाबले पंजाब दी विलक्षण ताकत, साडा यूनीक सैलिंग पॉइंट USP, जिसनों आर्थिक कंपैरेटिव एडवांटेज कहा जाता है, वो किसानी है। इस विच असीं माहर हां, तां ही देश दा ढिड भरिया। ते फिर क्यों नहीं बीजण दा, वेचण दा, स्टोर करन दा आर्थिक मॉडल पंजाब अपना आप लिखे। किसानां दे हक दी, किसानां दी आमदन वधाउण दी राह असीं आप लिखीए। कुछ दिन पहला मैं वल्ला मंडी अमृतसर विच बैठ के वध रही अन्न दी महंगाई बारे किसानां, आड़तियां ते पल्लेदार मजदूरां नाल गल कीती सी। इस वधदी महंगाई दा फायदा कोल्ड स्टोरेज वाले पूंजीपतियां नूं जा रहा। एंड द डिफरेंस इज एज बिग एज द ग्रैंड कैनियन। एडा वड्डा फासला है, मैं समझाउणा किवें। किसान तो टमाटर 5 रुपये का लैके अखीर च परचून की दुकान से 60 रुपये का विकदा। आलू सड़कों के उत्ते सिੱਟੇ पे होंगे सी, किसान ने चुकता नहीं सी कोई। वो 5 रुपये का आलू अज मार्केट के विच 60 रुपये नूं विकदा है। जिहड़ा मटर 5 तो 10 रुपये नूं मिलदा सीगा, वो 110 रुपये परसों विकिया ते उदों अज मतलब अज 85-90 उहदा रेट है। ते ये जिहड़ा 90 रुपये का फर्क है, 50 रुपये का फर्क है, ये सारा पूंजीपतियां दी जेब च जा रहा। किसान दी मेहनत वो खा रहा है। बल्कि अज देश विच अन्न दी मार्केट नूं पूंजीपति रिमोट कंट्रोल नाल चलाउंदे आ। 4 बंदे 4 करोड़ ते राज करते हैं मोनोपली बना के। ये सरासर जुल्म है। भावें वो फ्रूट होण या सब्जियां, वड्डे वड्डे सिलो वाले 1% पूंजीपति अन्न दे रेट नूं कंट्रोल करते हैं। ना ही किसान ते ना ही छोटा व्यापारी इनू निर्धारित करता है। ते काले कानूनां नाल ते सरकार ने जिहड़े काला बाजारी करते हैं, होर्डिंग करते हैं, उन्हां पूंजीपतियां नूं 50-100 गुणा रेट वधाउणा कानूनी करता, अधिकार देते, अधिकृत करता। हुण ये कणक ते झोना भी इसे तरह सस्ता लैके, जिस तरह सेब की मार्केट नूं अडानी कंट्रोल करता है, सानू भी कंट्रोल करनी। सरकार पूंजीपतियां हवाले देश की फूड सिक्योरिटी नूं गिरवी कर रही है। FCI नूं भी हौली हौली खत्म कर रही है। खेती विच जे अडानी ते अंबानी नूं कामयाबी दिख रही है, तो साडे किसान करजाई खेती क्यों करन? क्यों ना कोल्ड स्टोरेज किसान दे कोआपरेटिव दे अधीन होवे? क्यों ना किसान कोआपरेटिव दे हथ फूड प्रोसैसिंग इंडस्ट्री होवे कि जो किसान खुद टमाटर नूं स्टोर करन तो लैके टमाटो कैचअप बनाउण ते वेचण दा मुनाफा भी किसान आप कमाउण, ताकि आपां पंजाब दे कर्जे ते कर्जा लैके डूंघे तो डूंघा ट्यूबवैल ला खेती करदे किसान नूं कामयाबी दी राह ते पा सकते हैं। अज सानू लोड़ है कि असीं एक नवीं मार्केटिंग स्ट्रैटजी दईए। सरकारी खरीद MSP दे नाल नाल किसान दे खेतों लैके हर रसोई तक उन्होंने बेचण की ताकत दईए। हर फसल का वध तो वध मुनाफा वापस किसान दे कोले आवे। अज कुछ किसान शहरां विच जाके अपनी फसल बेचते हैं, पर जे सरकार किसानां नूं स्टोरेज कैपेसिटी देवे, जो अज अडानी की ताकत है, वो किसानां की ताकत हो सकती है। मेरा अटूट विश्वास है।
ਜਦ ਮੈਂ ਦਾਲਾਂ, ਆਇਲ ਸੀਡ, ਵੈਜੀਟੇਬਲ, ਫਰੂਟਸ ਦੀ ਗੱਲ ਕਰਦਾ ਹਾਂ, ਡਾਈਵਰਸਿਫਿਕੇਸ਼ਨ, ਕੋਲਡ ਸਟੋਰੇਜ, ਸਮਾਲ ਫਾਰਮਰ ਮਾਡਲ ਦੀ ਗੱਲ ਕਰਦਾ ਹਾਂ, ਕੋਆਪਰੇਟਿਵ ਬਣਾ, ਇੱਕ ਕਾਨੂੰਨੀ ਇਕਾਈ ਬਣਾ, ਬੀਜਣ ਤੇ ਵੇਚਣ ਦਾ ਮੁਨਾਫਾ ਕਿਸਾਨ ਨੂੰ ਦੇਣ ਦੀ ਗੱਲ ਕਰਦਾ ਹਾਂ, ਤੇ ਮੈਂ ਇੱਕ ਨਵੇਂ ਆਰਥਿਕ ਢਾਂਚੇ ਦੀ ਗੱਲ ਕਰਦਾ ਹਾਂ, ਪੰਜਾਬ ਦੇ ਕਿਸਾਨ ਦੀ ਆਮਦਨ ਵਧਾਉਣ ਦੀ ਤੇ ਉਹਦੀ ਖੁਦ ਮੁਖਤਿਆਰੀ ਦੀ ਰਾਹ ਦੀ ਗੱਲ ਕਰਦਾ ਹਾਂ ਕਿ ਪੰਜਾਬ ਵਿੱਚ ਡਾਈਵਰਸਿਫਿਕੇਸ਼ਨ ਕਰ, ਪੱਕੀ MSP ਤੇ ਸਰਕਾਰੀ ਖਰੀਦ ਦੇ ਨਾਲ ਹਰ 5 ਪਿੰਡਾਂ ਵਿੱਚ ਕੋਲਡ ਸਟੋਰੇਜ ਬਣਾ। ਆਪਾਂ ਪੰਜਾਬ ਦੇ ਕਿਸਾਨ ਨੂੰ ਬਚਾ ਨਹੀਂ ਸਕਦੇ ਕਿ ਇਸ ਵੱਧ ਰਹੀ ਅੰਨ ਦੀ ਮਹਿੰਗਾਈ ਦਾ ਫਾਇਦਾ ਕਿਸਾਨ ਨੂੰ ਨਹੀਂ ਦੇ ਸਕਦੇ? ਤੇ ਇਹ ਸਭ ਕੁਝ ਪੰਜਾਬ ਸਰਕਾਰ ਆਪ ਕਾਨੂੰਨ ਬਣਾ, ਆਪ ਪਾਲਿਸੀ ਬਣਾ ਕੇ ਕਰ ਸਕਦੀ ਹੈ। ਉਸ ਨੂੰ ਹਰ ਚੀਜ਼ ਲਈ ਕੇਂਦਰ ਦੀ ਮਨਜ਼ੂਰੀ ਦੀ ਕੋਈ ਲੋੜ ਨਹੀਂ। ਅੱਜ ਭਾਰਤ ਆਪਣੀ ਖਪਤ ਵਾਸਤੇ 70% ਐਡੀਬਲ ਆਇਲ ਕਹਿਣ ਦਾ ਭਾਵ ਜਿਹੜੇ ਤੇਲ ਆਪਾਂ ਖਾਣੇ 'ਚ ਪਾਉਂਦੇ, ਉਹ ਐਡੀਬਲ ਆਇਲ ਇੰਪੋਰਟ ਕਰ ਰਿਹਾ ਹੈ ਹਿੰਦੁਸਤਾਨ, ਮਲੇਸ਼ੀਆ, ਅਰਜਨਟੀਨਾ, ਇੰਡੋਨੇਸ਼ੀਆ ਤੇ ਯੂਕਰੇਨ ਤੋਂ। ਇਸ ਤੇਲ ਦੀ ਕੀਮਤ ਹਰ ਮਹੀਨੇ ਵਧ ਰਹੀ ਹੈ। ਪਿਛਲੇ ਮਹੀਨਿਆਂ ਵਿੱਚ ਰਿਫਾਈਨਡ ਤੇਲ ਦੀ ਕੈਨੀ 1300 ਤੋਂ ਵੱਧ ਕੇ 1700 ਹੋ ਗਈ। ਪਰ ਪੰਜਾਬ ਜੋ ਆਇਲ ਸੀਡ ਲਗਾ ਸਕਦਾ ਹੈ, ਉਸ ਨੂੰ ਸਰਕਾਰ ਇਸ ਰਾਹ ਤੇ ਚੱਲਣ ਵਾਸਤੇ ਮਦਦ ਕਿਉਂ ਨਹੀਂ ਕਰਦੀ? ਅਸਲ ਮਸਲਾ ਪਰਾਲੀ ਫੂਕਣ ਦਾ ਨਹੀਂ, ਪਰ ਪਰਾਲੀ ਦਾ ਹੈ। ਅਸਲ ਵਿੱਚ ਇੱਕ ਗੈਰ ਪੇਸ਼ੇਵਰ, ਅਨਪ੍ਰੋਫੈਸ਼ਨਲ ਤਰੀਕੇ ਨਾਲ ਝੋਨਾ ਲਾਉਣ ਦਾ ਹੈ। ਕੀ ਕਰਜ਼ਾਈ ਕਿਸਾਨ ਪਰਾਲੀ ਫੂਕਣ ਤੇ ਮਜਬੂਰ ਕਿਉਂ ਹੋਵੇ? ਤੁਸੀਂ ਉਹਨੂੰ ਕਮਾਊ ਉਪਰਾਲੇ ਦਿਓ। ਤੁਸੀਂ ਤੇ, ਔਰ ਮੈਂ ਸਵਾਲ ਕਰ ਰਿਹਾ, ਤੁਸੀਂ ਤੇ ਅਜੇ ਤੱਕ ਉਹਨੂੰ ਆਪਣੇ ਵਾਅਦੇ ਅਨੁਸਾਰ ਪਰਾਲੀ ਦੀ ਸਬਸਿਡੀ ਤੱਕ ਨਹੀਂ ਦਿੱਤੀ। ਤੁਸੀਂ ਉਹਨੂੰ ਆਮਦਨ ਵਧਾਉਣ ਵਾਲੇ ਹੱਲ ਦਿਓ ਭਰਾਵੋ। ਪੰਜਾਬ 25 ਸਾਲਾਂ ਤੋਂ ਕੇਂਦਰ ਦੇ ਅੱਗੇ ਮਜਬੂਰ ਹੋਈ ਜਾਂਦਾ ਹੈ। ਅੱਜ ਉਹਨਾਂ ਦੇ MSP ਸਰਕਾਰੀ ਖਰੀਦ ਬੰਦ ਹੋਣ ਦਾ ਡਰ ਹੈ, ਤੇ ਕੀ ਸਾਡੀ ਰਾਜਨੀਤੀ ਸਿਰਫ ਮੰਗਣ ਦੀ ਰਹਿ ਗਈ? ਸਮਸਤ ਉન્નਤੀ ਦਾ ਆਧਾਰ ਤੇ ਸਾਰ ਖੁਦਮੁਖਤਿਆਰੀ ਹੈ। ਕਿ ਇਹ ਵਕਤ ਖੁਦਮੁਖਤਿਆਰੀ ਦੀ ਰਾਹ ਤੇ ਚੱਲਣ ਦਾ ਨਹੀਂ? ਮੈਂ ਸਵਾਲ ਕਰਦਾ ਕਿ ਇਹ ਵਕਤ ਨਹੀਂ ਕਿ ਪੰਜਾਬ ਦੀ ਖੇਤੀ ਵਾਸਤੇ ਇੱਕ ਵੱਖਰੇ ਆਰਥਿਕ ਢਾਂਚੇ ਨੂੰ ਲਿਆਂਦਾ ਜਾਵੇ, ਇੰਟਰੋਡਿਊਸ ਕੀਤਾ ਜਾਵੇ। 3 ਕਰੋੜ ਦੀ ਆਬਾਦੀ ਵਾਲਾ ਪੰਜਾਬ ਜੋ ਖਾਂਦਾ ਹੈ, ਪਹਿਲਾਂ ਉਹ ਇੱਥੇ ਉਗਾਵੇ। ਮੈਂ ਪਿਛਲੇ ਵਾਰ ਵੀ ਇਹ ਨਾਰਾ ਬੁਲੰਦ ਕੀਤਾ ਸੀ ਕਿ ਦੇਸੀ ਲਾਓ ਤੇ ਦੇਸੀ ਖਾਓ। ਕਿੰਨਾ ਔਖਾ। ਆਪਾਂ PDS ਦੇ ਨਾਲ ਕਿਸਾਨ ਦੀ ਆਮਦਨ ਵਧਾਊ, ਹੋਰ ਫਸਲਾਂ ਉਗਾਈਏ ਕਿ ਆਪਾਂ ਇਸ ਉਪਜਾਊ ਧਰਤੀ ਦਾ ਲਾਹਾ ਲੈ ਸਕੀਏ ਜਿਹਨੂੰ ਅੱਜ ਬਰਬਾਦੀ ਦੀ ਕਗਾਰ ਤੇ ਖੜਿਆ ਕੀਤਾ। ਮੈਂ ਪੰਜਾਬ ਦੀ ਖੁਦਮੁਖਤਿਆਰੀ ਦੀ ਰਾਹ ਵਾਸਤੇ ਪਾਣੀ ਬਚਾਓ, ਆਰਗੈਨਿਕ, ਆਮਦਨ ਵਧਾਊ ਮਾਡਲ ਪਹਿਲਾਂ ਹੀ ਦੇ ਚੁੱਕੇ। ਲੋੜ ਹੈ ਕਿ ਪੰਜਾਬ ਉਸ ਰਾਹ ਤੇ ਚੱਲੇ। ਇਹ ਗੱਲਾਂ ਨਾਲ ਤੇ ਕੱਲੀ ਪਾਲਿਸੀ ਬਣਾਉਣ ਨਾਲ ਨਹੀਂ ਹੋਣਾ ਯਾਰੋ। ਇਸ ਰਾਹ ਤੇ ਸਾਨੂੰ ਸਭ ਨੂੰ ਇਕੱਠਿਆਂ ਹੋ ਕੇ ਤੁਰਨਾ ਪੈਣਾ ਹੈ। ਤੇ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਹੋਵਾਂ ਜਾਂ ਨਾ ਹੋਵਾਂ, ਪੰਜਾਬ ਦੇ ਲੋਕ ਇਹਨਾਂ ਹੱਲਾਂ ਨੂੰ ਤਾਕਤ ਵਿੱਚ ਲੈ ਕੇ ਆਉਣਗੇ, ਇੰਪਲੀਮੈਂਟ ਕਰਨਗੇ। ਸਹੀ ਕੀ ਹੈ ਸਾਰੇ ਜਾਣਦੇ ਆ, ਅਮਲੀ ਜਾਮਾ ਪਾਣਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।